सत श्री अकाल, स्वागत है गौरव शुक्ला मैं हां तुहाडे नाल। जे हां गल सब तो पहला 75वें आजादी दिवस दी। देश दे विच जश्ने आजादी दीयां तैयारियां ने। लाल किले दी फसील दे उत्तों 8वीं वार लगातार नरेंद्र मोदी देश दे प्रधानमंत्री वजों तिरंगा लहराउणगे। सब तो वध वार झंडा लहराउण वाले प्रधानमंत्री बनन जा रहे ने। तां देश दे विच तैयारियां लाजमी तौर ते हर पासे इस समय जश्ने आजादी। जे 8वीं वार तिरंगा लहराउणगे प्रधानमंत्री मोदी। देश 75वां आजादी दिवस मना रहा है। ਤਾਂ ਆਜ਼ਾਦੀ ਦਿਵਸ ਨੂੰ ਲੈ ਕੇ ਪੁਲਿਸ ਵੀ ਚੌਕਸ ਹੈ। ਪੂਰੇ ਦੇਸ਼ ਦੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਕੋਈ ਵੀ ਜਿਹੜੇ ਦੇਸ਼ ਦੇ ਦੁਸ਼ਮਣ ਨੇ ਆਪਣੀ ਕਿਸੇ ਵੀ ਹਰਕਤ ਦੇ ਵਿੱਚ ਕਾਮਯਾਬ ਨਾ ਹੋ ਸਕਣ। ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ। ਭੀੜ ਭਾੜ ਵਾਲੀਆਂ ਥਾਵਾਂ ਤੇ ਵੀ ਚੌਕਸੀ ਵਰਤੀ ਜਾ ਰਹੀ ਹੈ, ਚੈਕਿੰਗ ਜਾਰੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਅੰਮ੍ਰਿਤਸਰ ਤੇ ਪਟਿਆਲਾ ਦੀਆਂ। ਅੰਮ੍ਰਿਤਸਰ ਦੇ ਵਿੱਚ ਸਟੇਸ਼ਨਾਂ ਦੇ ਉੱਤੇ ਸ਼ੱਕੀ ਲੋਕਾਂ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਤਾਂ ਦੂਜੇ ਪਾਸੇ ਪਟਿਆਲਾ ਦੇ ਵਿੱਚ ਵਾਹਨਾਂ ਦੀ ਸਖਤੀ ਦੇ ਨਾਲ ਚੈਕਿੰਗ ਕੀਤੀ ਗਈ। ਅੰਮ੍ਰਿਤਸਰ ਦੇ ਵਿੱਚ ਸੀਐਮ ਕੈਪਟਨ ਅਮਰਿੰਦਰ ਸਿੰਘ ਝੰਡਾ ਲਹਿਰਾਉਣਗੇ। ਅੰਮ੍ਰਿਤਸਰ ਦੇ ਵਿੱਚ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਤਾਂ ਉਧਰ ਪਟਿਆਲਾ ਦਾ ਅਸੀਂ ਜ਼ਿਕਰ ਕਰੀਏ, ਮੁੱਖ ਮੰਤਰੀ ਦਾ ਜ਼ੱਦੀ ਸ਼ਹਿਰ ਹੈ ਤਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ। 75ਵਾਂ ਆਜ਼ਾਦੀ ਦਿਵਸ ਦਿਹਾੜਾ ਹੈ, ਉਸ ਕਰਕੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਤੇ ਪਟਿਆਲਾ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਚੱਲ ਰਹੀ ਹੈ। 24 ਘੰਟੇ ਹਰ ਇੱਕ ਥਾਣੇ ਦਾ ਇੱਕ ਨਾਕਾ ਚੱਲ ਰਿਹਾ ਤੇ ਵਹੀਕਲਸ ਦੀ ਤੇ ਇੰਪੋਰਟੈਂਟ ਐਸਟੈਬਲਿਸ਼ਮੈਂਟਸ ਦੀ ਸਪੈਸ਼ਲ ਚੈਕਿੰਗ ਚੱਲ ਰਹੀ ਹੈ ਤਾਂ ਕਿ ਕੋਈ ਅਣਸਖਾਵੀ ਘਟਨਾ ਨਾ ਵਾਪਰ ਸਕੇ ਤੇ ਆਜ਼ਾਦੀ ਦਿਹਾੜਾ ਅਮਨ ਮਾਨ ਨਾਲ ਸ਼ਾਂਤੀ ਨਾਲ ਮਨਾਇਆ ਜਾਵੇ। ਤਾਂ 75ਵੇਂ ਆਜ਼ਾਦੀ ਦਿਹਾੜੇ ਮੌਕੇ ਵੱਖ-ਵੱਖ ਥਾਵਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਗੱਲ ਕਰੀਏ ਪੰਜਾਬ ਦੀ ਤਾਂ ਸੂਬਾ ਪੱਧਰੀ ਸਮਾਗਮ ਅੰਮ੍ਰਿਤਸਰ ਦੇ ਵਿੱਚ ਇਸ ਵਾਰ ਕਰਵਾਇਆ ਜਾ ਰਿਹਾ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਝੰਡਾ ਫਹਿਰਾਉਣਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਦਕਿ ਸਪੀਕਰ ਵਿਧਾਨ ਸਭਾ ਦੇ ਰਾਣਾ KP ਸਿੰਘ ਰੋਪੜ ਦੇ ਵਿੱਚ ਝੰਡਾ ਲਹਿਰਾਉਣਗੇ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਮੋਹਾਲੀ ਦੇ ਵਿੱਚ ਝੰਡਾ ਲਹਿਰਾਉਣਗੇ। ਮਨਪ੍ਰੀਤ ਬਾਦਲ ਬਠਿੰਡਾ ਦੇ ਵਿੱਚ, ਬਲਬੀਰ ਸਿੱਧੂ ਪਟਿਆਲਾ ਦੇ ਵਿੱਚ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਮਲੇਰਕੋਟਲਾ ਦੇ ਵਿੱਚ। ਪਹਿਲੀ ਵਾਰ ਜ਼ਿਲ੍ਹਾ ਬਣਨ ਤੋਂ ਬਾਅਦ ਮਲੇਰਕੋਟਲਾ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਸਮਾਗਮ ਹੋਣ ਜਾ ਰਿਹਾ ਹੈ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਦੇ ਵਿੱਚ ਹੀ ਝੰਡਾ ਲਹਿਰਾਉਣ। ਤਾਂ ਇਸ ਵਾਰ ਸੂਬਾ ਪੱਧਰੀ ਸਮਾਗਮ ਅੰਮ੍ਰਿਤਸਰ ਦੇ ਵਿੱਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚੇ ਹੋਏ ਨੇ 2 ਦਿਨ ਦੀ ਫੇਰੀ ਦੇ ਉੱਤੇ ਤੇ ਅੰਮ੍ਰਿਤਸਰ ਦੀ ਫੇਰੀ ਦੌਰਾਨ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਮੁੱਖ ਮੰਤਰੀ ਪਹੁੰਚੇ। 3 ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ, ਜਿੱਥੇ ਐਜੂਕੇਸ਼ਨ ਅਤੇ ਸਪੋਰਟਸ ਪ੍ਰੋਜੈਕਟਾਂ ਦਾ ਉਦਘਾਟਨ ਮੁੱਖ ਮੰਤਰੀ ਦੇ ਵੱਲੋਂ ਕੀਤਾ ਗਿਆ। ਰਣਜੀਤ ਐਵਨਿਊ ਜਲਿਆਂਵਾਲੇ ਬਾਗ ਪਹੁੰਚੇ, ਸ਼ਤਾਬਦੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚੇ। ਕੋਵਿਡ ਵਾਰੀਅਰਸ ਦੇ ਨਾਲ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ। ਤਾਂ ਜਲਿਆਂਵਾਲਾ ਬਾਗ ਸ਼ਤਾਬਦੀ ਮੈਮੋਰੀਅਲ ਜਿਹੜਾ ਰਣਜੀਤ ਐਵਨਿਊ ਦੇ ਵਿੱਚ ਬਣਾਇਆ ਗਿਆ, ਜਿਸ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਮਾਰਕ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ ਜੋ ਜਲਿਆਂਵਾਲੇ ਬਾਗ ਕਾਂਡ ਦੇ ਦੌਰਾਨ ਸ਼ਹੀਦ ਹੋਏ। ਰਿਕਾਰਡ ਦੇ ਵਿੱਚ ਕੁਝ ਸ਼ਹੀਦਾਂ ਦੇ ਨਾਮ ਦਰਜ ਨੇ, ਪਰ ਅਸਲ ਹਕੀਕਤ ਇਸ ਤੋਂ ਪਰੇ ਹੈ। ਇਸ ਲਈ ਇਹ ਯਾਦਗਾਰ ਸਾਰੇ ਸ਼ਹੀਦਾਂ ਨੂੰ ਸਮਰਪਿਤ ਹੈ। ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਯਾਦਗਾਰ ਦੇ ਲਈ ਜਿਸ ਮਿੱਟੀ ਦੀ ਵਰਤੋਂ ਕੀਤੀ ਗਈ ਹੈ ਉਹ ਵੀ ਇਹਨਾਂ ਸ਼ਹੀਦਾਂ ਦੇ ਪਿੰਡਾਂ ਦੇ ਵਿੱਚੋਂ ਹੀ ਲਿਆਂਦੀ ਗਈ ਹੈ ਤੇ ਉਸ ਦੇ ਨਾਲ ਹੀ ਉਸਾਰੀ ਕੀਤੀ ਗਈ। ਰਾਜਕੁਮਾਰ ਬੇਰਕਾ ਜੀ ਨੇ ਨਾਲ ਨੇ ਫਿਰ ਕਰ ਦਿੱਤਾ ਔਰ ਇਹ ਉਦੋਂ ਦੇ ਡਿਪਟੀ ਕਮਿਸ਼ਨਰ ਦਾ ਰਿਕਾਰਡ ਹੈ ਕਿ 1250 ਗੋਲੀਆਂ ਚੱਲੀਆਂ ਸੀ। ਔਰ ਜਦੋਂ ਤੁਸੀਂ ਇਕੱਠੇ ਹੋਣਾ ਕੋਈ ਇਕੱਠ ਹੋਵੇ ਜਦ ਤੁਸੀਂ ਬੈਠੇ ਹੋ ਤਾਂ 303 ਗੋਲੀ 3 4 5 ਬੰਦਿਆਂ ਵਿੱਚ ਦੀ ਲੰਘ ਸਕਦੀ ਸੀ। ਸੋ ਅਗਰ 1250 ਹੈ और वो ट्रेंड फौजी से जो वर्ल्ड वॉर 2 ਦੇ 1 ਦੇ ਵਿੱਚ ਆਏ ਸੀ, ਜਿਹੜੀ 1918 ਵਿੱਚ ਉਹ ਖਤਮ ਹੋਈ ਸੀ वर्ल्ड वॉर 1। ट्रेंड फौजी से ਤੇ ਉਹ ਸਮਝਣਾ कि 1250 गोली चला के सिर्फ मरनगे 200 और 300 बंदा ने तो बिल्कुल नामुमकिन कह गया। उन्होंने बहुत ज़्यादा मरे होने, रब जानता है, पता नहीं कितने मरे ने, वाहिगुरू जानता है। लेकिन वो सारे शहीदां जो उत्थे हुए या जो जख्मी होके अपने घर जाके उत्थे पूरे हुए या जख्मी होके कुछ साल रहे और फिर जख्मा करके पूरे हुए,
ਉਹ ਸਾਰਿਆਂ ਵਾਸਤੇ ਇਹ ਯਾਦਗਾਰ ਬਣਾਈਆਂ ਜੋ ਆਪਣੇ ਹੱਥ। ਤਾਂ ਹਰ ਪਾਸੇ ਗੱਲ 75ਵੇਂ ਆਜ਼ਾਦੀ ਦਿਵਸ ਦੀ ਹੋ ਰਹੀ ਹੈ, ਜਿਸ ਨਾਲ ਦੀ ਤਿਆਰੀ ਜਾਰੀ ਹੈ ਤੇ ਇਸੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਮਤਲਬ 14 ਅਗਸਤ ਵੰਡ ਦੀ ਤਰਾਸਦੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਵੇ। ਇਸ ਸਾਲ ਦੇਸ਼ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਅਤੇ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਪਾਕਿਸਤਾਨ ਦੇ ਵੰਡ ਦੇ ਸਮੇਂ ਦੰਗਿਆਂ ਦੇ ਵਿੱਚ ਮਾਰੇ ਗਏ ਲੱਖਾਂ ਲੋਕਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਦਿਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਐਲਾਨ ਕੀਤਾ ਕਿ ਹੁਣ ਤੋਂ 14 ਅਗਸਤ ਨੂੰ ਵੰਡ ਦੀ ਤਰਾਸਦੀ ਯਾਦਗਾਰੀ ਦਿਹਾੜੇ ਦੇ ਤੌਰ ਦੇ ਉੱਤੇ ਮਨਾਇਆ ਜਾਵੇਗਾ। ਪੀਐਮ ਮੋਦੀ ਨੇ ਕਿਹਾ ਕਿ 14 ਅਗਸਤ ਨੂੰ ਵੰਡ ਦੀ ਤਰਾਸਦੀ ਯਾਦਗਾਰੀ ਦਿਹਾੜੇ ਦੇ ਤੌਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਦੇਸ਼ ਦੇ ਵੰਡ ਦੇ ਦਰਦ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਫ਼ਰਤ ਅਤੇ ਹਿੰਸਾ ਦੀ ਵਜ੍ਹਾ ਨਾਲ ਸਾਡੇ ਲੱਖਾਂ ਭੈਣ ਭਰਾਵਾਂ ਦਾ ਉਜਾੜਾ ਹੋਇਆ ਸੀ ਅਤੇ ਆਪਣੀ ਜਾਨ ਤੱਕ ਲੱਖਾਂ ਨੂੰ ਗਵਾਉਣੀ ਪਈ। ਉਹਨਾਂ ਲੋਕਾਂ ਦੇ ਸੰਘਰਸ਼ ਅਤੇ ਬਲੀਦਾਨ ਦੀ ਯਾਦ ਦੇ ਵਿੱਚ 14 ਅਗਸਤ ਨੂੰ ਵੰਡ ਦੀ ਤਰਾਸਦੀ ਯਾਦਗਾਰੀ ਦਿਹਾੜੇ ਦੇ ਤੌਰ ਦੇ ਉੱਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਪਾਰਟੀਸ਼ਨ ਹੌਰਰ ਰਿਮੈਂਬਰੈਂਸ ਡੇ ਦਾ ਇਹ ਦਿਨ ਸਾਡੇ ਭੇਦਭਾਵ, ਵੈਰ ਵਿਰੋਧ ਅਤੇ ਦੁਰਭਾਵਨਾ ਦੇ ਜ਼ਹਿਰ ਨੂੰ ਖਤਮ ਕਰਨ ਲਈ ਨਾ ਕੇਵਲ ਪ੍ਰੇਰਿਤ ਕਰੇਗਾ ਬਲਕਿ ਇਸ ਨਾਲ ਏਕਤਾ, ਸਮਾਜਿਕ ਸਦਭਾਵ ਅਤੇ ਮਨੁੱਖੀ ਸੰਵੇਦਨਾਵਾਂ ਵੀ ਮਜ਼ਬੂਤ ਹੋਣਗੀਆਂ। ਦੱਸ ਦਈਏ ਕਿ ਭਾਰਤ ਪਾਕਿਸਤਾਨ ਦੀ ਵੰਡ ਦੇ ਸਮੇਂ ਬੰਗਾਲ, ਬਿਹਾਰ ਅਤੇ ਪੰਜਾਬ ਦੇ ਵਿੱਚ ਦੰਗੇ ਹੋਏ ਸਨ, ਜਿਸ ਦੇ ਵਿੱਚ ਕਰੀਬ 2,50,000 ਤੋਂ 10 ਲੱਖ ਲੋਕ ਮਾਰੇ ਗਏ ਸਨ। ਇਸ ਦੌਰਾਨ ਦੇਸ਼ ਕਈ ਦਿਨਾਂ ਤੱਕ ਦੰਗਿਆਂ ਦੀ ਅੱਗ ਦੇ ਵਿੱਚ ਸੜਦਾ ਰਿਹਾ। ਲੱਖਾਂ ਲੋਕਾਂ ਨੇ ਆਪਣੀ ਜਾਨ ਗਵਾਈ, ਕਿੰਨੇ ਹੀ ਬੇਘਰ ਹੋ ਗਏ, ਮਹਿਲਾਵਾਂ, ਬੱਚਿਆਂ ਦਾ ਸ਼ੋਸ਼ਣ ਹੋਇਆ, ਖੂਨ ਖਰਾਬਾ ਹੋਇਆ। ਦੰਗਿਆਂ ਨੂੰ ਰੋਕਣ ਦੇ ਲਈ ਉਸ ਵਕਤ ਮਹਾਤਮਾ ਗਾਂਧੀ ਬੰਗਾਲ ਦੇ ਨੋਆਖਲੀ ਦੇ ਵਿੱਚ ਅਨਸ਼ਨ ਦੇ ਉੱਤੇ ਬੈਠ ਗਏ ਸਨ। ਉਹ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਵੀ ਸ਼ਾਮਲ ਨਹੀਂ ਹੋਈ ਸੀ। ਦੇਸ਼ ਦੇ ਵਿੱਚ ਵੰਡ ਦੇ ਸਮੇਂ ਜੋ ਕਤਲੇਆਮ ਹੋਇਆ ਉਹ ਦੇਸ਼ ਦੇ ਇਤਿਹਾਸ ਦੇ ਵਿੱਚ ਸਭ ਤੋਂ ਬੁਰੇ ਦੌਰ ਦੇ ਤੌਰ ਦੇ ਉੱਤੇ ਦਰਜ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। 15 ਅਗਸਤ ਨੂੰ ਲੈ ਕੇ ਆਜ਼ਾਦੀ ਦਿਵਸ ਨੂੰ ਲੈ ਕੇ ਦਿੱਲੀ ਪੁਲਿਸ ਵੀ ਚੌਕਸ ਹੈ। ਪੁਲਿਸ ਦੇ ਵੱਲੋਂ ਦਿੱਲੀ ਦੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਨੇ। ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਜਿਹੜੇ ਦਿੱਲੀ ਪੁਲਿਸ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ, ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਕਮਿਸ਼ਨਰ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਖਤੀ ਵਰਤਣ ਦੇ ਹੁਕਮ ਦਿੱਤੇ ਨੇ। ਆਜ਼ਾਦੀ ਦਿਵਸ ਮੌਕੇ ਦਿੱਲੀ ਮੋਰਚੇ ਦੇ ਵਿੱਚ ਸਿੰਘੂ ਬਾਰਡਰ ਦੇ ਤੱਕ ਸਾਬਕਾ ਫੌਜੀਆਂ ਦੇ ਵੱਲੋਂ ਪਰੇਡ ਮਾਰਚ ਕੀਤਾ ਜਾਵੇਗਾ। ਇਹ ਕਿਸਾਨਾਂ ਦੇ ਵੱਲੋਂ ਪੂਰਾ ਪ੍ਰੋਗਰਾਮ ਜੋ ਲਿਖਿਆ ਗਿਆ ਉਹ ਤੁਹਾਨੂੰ ਦੱਸ ਰਹੇ ਹਾਂ ਅਸੀਂ। ਆਜ਼ਾਦੀ ਦਿਵਸ ਮੌਕੇ ਬਾਰਡਰ ਤੱਕ ਸਾਬਕਾ ਫੌਜੀਆਂ ਦੇ ਵੱਲੋਂ ਸਿੰਘੂ ਬਾਰਡਰ ਤੇ ਜਿਹੜੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਇੱਕ ਪੁਆਇੰਟ ਤੋਂ ਲੈ ਕੇ ਜਿਹੜੇ ਉਹ ਜਿੱਥੇ ਸਟੇਜ ਲੱਗੀ ਹੋਈ ਹੈ ਉੱਥੇ ਤੱਕ ਜਾਣਗੇ। ਸਾਬਕਾ ਫੌਜੀਆਂ ਦੇ ਵੱਲੋਂ ਪਰੇਡ ਕੀਤੀ ਜਾਏਗੀ। ਕਿਸਾਨਾਂ ਦੇ ਵੱਲੋਂ ਕਿਸਾਨ ਮਜ਼ਦੂਰ ਮੁਕਤੀ ਮਾਰਚ ਕੱਢੇ ਜਾਣਗੇ। ਇਸ ਨੂੰ ਲੈ ਕੇ ਪੁਲਿਸ ਵੀ ਚੌਕਸ है। किसान आंदोलन जो हो रहा है उनके लीडर्स के साथ हमारा संवाद चल रहा है। हम हमेशा उनसे संपर्क में रहते हैं और अभी हाल में जो जंतर मंतर पे उनका जो भी प्रोग्राम था वो पुलिस के संवाद के साथ, कोऑपरेशन के साथ पूरा हुआ है। लेकिन एक ताकीद हमारे ऑफिसर्स को दी गई है कि कोई भी लॉ एंड ऑर्डर को भंग करने की कोशिश करता है तो उसको डिटर्मिनेशन के साथ और फर्मली डील करें और जो भी लीगल मेजर्स हैं उनके खिलाफ लें। बॉर्डर्स को हम लोग ने कोशिश की है, सील कर दिया गया है और जिस तरह की घटनाएं भूतकाल में हुई थी उसको दोबारा नहीं होए इसकी पूरी ताकीद रखी। ਹੁਣ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਦੀ। ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਦੋ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਆਪੋ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਅਤੇ ਪੈਨਸ਼ਨ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਦੇ ਵਿੱਚ ਸਿੱਧੂ ਦੇ ਘਰ ਬਾਹਰ ਧਰਨਾ ਦਿੱਤਾ। ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਦਾ ਘਰ ਹੁਣ ਧਰਨਿਆਂ ਦਾ ਨਵਾਂ ਟਿਕਾਣਾ ਬਣਦਾ ਜਾ ਰਿਹਾ ਹੈ।
ਸ਼ਨੀਵਾਰ ਨੂੰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਅਤੇ ਪੈਨਸ਼ਨ ਸੰਘਰਸ਼ ਕਮੇਟੀ ਨੇ ਸਿੱਧੂ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ। ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਪੱਕੀ ਨੌਕਰੀ ਦੀ ਮੰਗ ਕਰ ਰਹੇ ਨੇ। ਉਹਨਾਂ ਨੇ ਕਾਲੇ ਚੋਲੇ ਪਾ ਕੇ ਅਤੇ ਕਾਲੇ ਝੰਡੇ ਲੈ ਕੇ ਸਿੱਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਹਨਾਂ ਅਧਿਆਪਕਾਂ ਨੇ ਕਿਹਾ ਕਿ ਭਰਤੀ ਵੇਲੇ ਤਾਂ ਸਾਰੇ ਟੈਸਟ ਅਤੇ ਮਾਪਦੰਡ ਉਹਨਾਂ ਨੇ ਪੂਰੇ ਕੀਤੇ ਨੇ, ਪਰ 7 ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਉਹ ਠੇਕੇ ਤੇ ਹੀ ਕੰਮ ਕਰ ਰਹੇ ਨੇ ਅਤੇ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਤੇ ਘਰ ਦੇ ਬਾਹਰ ਆਉਣ ਦਾ ਮਕਸਦ ਇਹ ਹੈ ਕਿ ਉਹ ਜਦੋਂ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਕਾਫੀ ਆਪਣੀ ਸਰਕਾਰ ਦੀਆਂ ਨੇ ਨਾਕਾਮੀਆਂ ਉਹ ਟਵੀਟਾਂ ਦੇ ਰਾਹੀਂ ਦੱਸਦੇ ਰਹਿੰਦੇ ਸੀ। ਅਸੀਂ ਉਹਨਾਂ ਨੂੰ ਇਹ ਨੋਟਸ ਦੇ ਰਾਹੀਂ ਇਹ ਨਾਕਾਮੀ ਜਿਹੜੀ ਸਰਕਾਰ ਦੱਸਣੀ ਚਾਹੁੰਦੇ ਹਾਂ ਕਿ 2018 ਦੇ ਵਿੱਚ ਸਰਕਾਰ ਨੇ ਇੱਕ ਪਾਲਿਸੀ ਬਣਾਈ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਆਨਲਾਈਨ ਪੋਰਟਲ ਖੋਲ੍ਹ ਕੇ ਆਪਸ਼ਨ ਮੰਗੀ ਸੀ ਕਿ ਕਿਹੜੇ ਉਹ ਸੁਸਾਇਟੀਆਂ ਦੇ ਅਧਿਆਪਕ ਆ ਜਿਹੜੇ ਸਿੱਖਿਆ ਵਿਭਾਗ ਦੇ ਵਿੱਚ ਆਉਣਾ ਚਾਹੁੰਦੇ ਆ ਬੇਸਿਕ ਪੇਰੇ ਤੇ ਉਹਨਾਂ ਦੀ ਸ਼ਰਤ। ਧਰਨੇ ਦੌਰਾਨ ਇੱਕ ਮਹਿਲਾ ਅਧਿਆਪਕ ਦੀ ਤਬੀਅਤ ਵਿਗੜ ਗਈ ਤੇ ਸਾਥੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਉਧਰ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰ ਰਹੇ ਮੁਲਾਜ਼ਮਾਂ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਤੇ ਬੈਰੀਕੇਡ ਤੋੜਦੇ ਹੋਏ ਸਿੱਧੂ ਦੇ ਘਰ ਤੱਕ ਪਹੁੰਚ ਗਏ ਤੇ ਧਰਨਾ ਲਗਾ ਦਿੱਤਾ। ਅਸੀਂ ਕਹਿੰਦੇ ਸਾਨੂੰ ਪੈਨਸ਼ਨ ਦਿੱਤੀ ਜਾਵੇ। ਸਰਕਾਰ ਕਹਿੰਦੀ ਵੀ ਇਹਨਾਂ ਨੂੰ ਪੈਨਸ਼ਨ ਨਹੀਂ ਦੇਣੀ। ਆਪ ਦੇ ਸਰਕਾਰ ਦੇ ਮੰਤਰੀ ਤੇ ਐਮਪੀ ਨੌ ਪੈਨਸ਼ਨ ਲੈ ਰਹੇ ਆ। ਜਿਹੜੇ ਕੰਮੇ ਕਰੋਨਾ ਕਾਲ ਦੌਰਾਨ ਇਮਾਨਦਾਰੀ ਤਨਦੇਹੀ ਨਾਲ ਕੰਮ ਕੀਤਾ ਉਹਨਾਂ ਦੀ ਸਰਕਾਰ ਕਹਿੰਦੀ ਪੈਨਸ਼ਨ ਨਹੀਂ, ਉਹ ਮਰਦੇ ਤੇ ਮਰ ਜਾਣ, ਸਾਨੂੰ ਕੋਈ ਚਿੰਤਾ ਨਹੀਂ। ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਤੇ ਪੰਜਾਬ ਦੇ ਲੋਕ ਸੜਕਾਂ ਦੇ ਉੱਤੇ ਬੈਠੇ ਆ। ਇਸ ਕਰਕੇ ਸਿੱਧੂ ਸਾਹਿਬ ਨੂੰ ਜਿਹੜੇ ਪੰਜਾਬ ਦੇ ਪ੍ਰਧਾਨ ਬਣਿਆ ਦੱਸਣ ਆਏ ਆ ਵੀ ਇਹ ਲੋਕ ਇਸ ਤਰ੍ਹਾਂ ਚੁੱਪ ਨਹੀਂ ਬੈਠਣਗੇ। ਆਉਣ ਲਈ ਵਿਧਾਨ ਸਭਾ ਚੋਣਾਂ ਸਰਕਾਰ ਨੂੰ ਸਿੱਟਾ ਭੁਗਤਣਾ ਪਊਗਾ। ਦੋਹਾਂ ਜਥੇਬੰਦੀਆਂ ਦੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਦ੍ਰਿੜ ਨੇ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਮੰਗਾਂ ਮੰਨੇ ਜਾਣ ਤੱਕ ਪ੍ਰਦਰਸ਼ਨਾਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18।